सतगुरां दे चरण कमलों विच गुरु बैठे हाँ। सतगुरु पातशाह जी रहमत करन, मन चित एकाग्र करके बैठिए। सतगुरु सच्चे पातशाह जी की जिथे शरीर करके हाजरी भर रहे हाँ, मन भी सतगुरां दे चरणों में जोड़ के हाजरी लवाइए। प्यार ते सत्कार दे नाल दोवें हाथ जोड़ फतेह प्रवानो जी। वाहिगुरू जी का खालसा, वाहिगुरू जी की फतेह। जो इतिहास दीयां बातां शुरू करन जा रहे हाँ, एक एक गल नूं पूरे पूरे ध्यान दे नाल समझण दा यतन करना है, ताकि सानूं चौरासी दे विच होई जिहड़ा अणचितव्या कहर कह सकते हैं, मनुखी अधिकारां दा घाण कह सकते हैं, वो समझ में आ सके। एक दो गल्लां गुरु दरबार के नियम दियां जां सिੱਖੀ सिद्धांतां दे उपर चलण दियां जां ये कह लीए भी सिख दा जीवन किवें दा। सिख है अमृत वेला सच नाम वडियाई विचार। सिख दा अमृत वेला ही विचार तो शुरू होता, ते जदों शाम का वक्त हुंदा सारा दिन अमृत वेले तो लैके विचार दे विच बतीत होना चाहिए। शाम के वेले फिर सतगुरु ने बख्शिश कर दी, थाल विच तीन वस्तु पईओ सत संतोख विचार। उथे फिर कह दिता भी जिहड़ी तेरी रात आई है ये रात भी विचार दे विच ही शुरू होनी चाहिए। भाव तेरा जीवन भी जिहड़ा है वो विचार तो शुरू होके विचार तक जाना चाहिए है, तकरार तक नहीं जाना चाहिए। इत्थे जिहड़ा आपां पिछोकड़ है वो वेखण दा यतन करते हाँ। जो निरंकारी सभा है जां संप्रदा है जां जो निरंकारी एक लहर चली उस दे बारे महाराजा रणजीत सिंह जी के समय जिहड़े उन्हां दे अपने अगे पुत्रां दे अगे पोतरियां दे, पुत्रियां दे फिर पोतरियां दे, साक संबंधी रिश्तेदारां दे जां उहदी जिहड़ी सैना सी उहदे विच भर्ती सिपाहियां दे जिन्ने भी ब्याह हुए सारे के सारे ब्याह सी जिहड़े वो हिंदू रस्मां दे मुताबिक। ते जिथों निरंकारी लहर का जन्म हुंदा है उत्थे पहला नाम आउंदा है बाबा दयाल जी का, बाबा दयाल सिंह जी। एक फौजी सिपाही सन। जदों अंग्रेज राज होया इत्थे महाराजा रणजीत सिंह जी की चढ़ाई करन तो बाद तां उहदे विच वो एक फौजदार दे विच सिपाही सन जिन्हां ने ये शुरू किया
ਤੇ ਇਥੀ ਅਸਨੀ ਉਹਨਾਂ ਨੇ ਇਹ ਜਿਹੜੀ ਆਨੰਦ ਕਾਰਜ ਦੀ ਰਸਮ ਸੀ ਜੋ ਅੱਜ ਆਪਣੇ ਵਿੱਚ ਮੌਜੂਦ ਹੈ ਵੀ ਸਾਰਾ ਕੁਝ ਗੁਰ ਪੁੱਛ ਲਿਖ ਵਿਚਾਰ ਦੇ ਅਧੀਨ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਲਾਵਾਂ ਦਾ ਪਾਠ ਕਰਕੇ ਤੇ ਇਹਦੇ ਉੱਤੋਂ 4 ਪ੍ਰਕਰਮਾਂ ਕਰਕੇ ਸੰਕਲਪ ਲੈਣਾ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੇ ਜੀਵਨ ਸਾਥੀ ਏਕ ਜੋਤ ਦੋਏ ਮੂਰਤੀ ਦੇ ਉਦਾਹਰਨ ਦੇ ਉੱਤੇ ਖਰੇ ਉਤਰਨਾ। ਇਹ ਉਸ ਸਮੇਂ ਬਾਬਾ ਦਿਆਲ ਸਿੰਘ ਜੀ ਨੇ ਸ਼ੁਰੂਆਤ ਕੀਤੀ। ਸੋਹਣੇ ਕਦਮ ਸਨ। ਬਾਬਾ ਦਿਆਲ ਸਿੰਘ ਜੀ ਤੋਂ ਬਾਅਦ ਅੱਗੇ ਉਹਨਾਂ ਦੇ ਗੱਦੀਦਾਰ ਆਉਂਦੇ ਗਏ। ਇੱਕ ਉਹਨਾਂ ਵਿੱਚੋਂ ਗੱਦੀਦਾਰ ਆਇਆ ਅੱਗੇ ਜਾ ਕੇ, ਜਿੱਥੇ ਜਾ ਕੇ ਇੱਕ ਅਸਲੀ ਤੇ ਇੱਕ ਨਕਲੀ ਨਿਰੰਕਾਰੀ ਲਹਿਰ ਜਿਹੜੀ ਸ਼ੁਰੂ ਹੁੰਦੀ ਹੈ। ਇੱਕ ਅਸਲੀ ਬਣ ਜਾਂਦੀ ਹੈ, ਇੱਕ ਨਕਲੀ ਬਣ ਜਾਂਦੀ ਹੈ। ਜਿਸ ਤਰ੍ਹਾਂ ਪਿੱਛੇ ਆਪਣੇ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਇੱਕ ਬਣਿਆ ਤੱਤ ਖਾਲਸਾ ਤੇ ਦੂਜਾ ਬਣਿਆ ਬੰਦਈ ਖਾਲਸਾ। ਜਿਹੜੇ ਉਸ ਬੰਦਈ ਖਾਲਸਾ ਦਾ ਅਰਥ ਸੀ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਗੁਰੂ ਮੰਨਣ ਲੱਗ ਗਏ ਸਨ। ਇਹਨਾਂ ਨੇ ਉੱਥੇ ਦਿਆਲ ਸਿੰਘ ਤੋਂ ਲੈ ਕੇ ਬੂਟਾ ਸਿੰਘ ਤੱਕ ਜਦੋਂ ਇਹ ਪਹੁੰਚਦੀ ਇਹ ਗੱਦੀ ਤੇ ਬੂਟਾ ਸਿੰਘ ਇਹ ਇੱਥੋਂ ਤੱਕ ਗਿਰ ਗਏ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜਾ ਬੂਟਾ ਸਿੰਘ ਸੀ ਇਹ ਸ਼ਰਾਬ ਪੀ ਕੇ ਕਥਾ ਕਰਨ ਲੱਗਿਆ। ਜਿਹੜਾ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਆਪਣੇ ਵਿੱਚੋਂ ਉਹਨੂੰ ਬਾਹਰ ਕੱਢ ਦਿੱਤਾ ਤੇ ਬੂਟਾ ਸਿੰਘ ਨੇ ਅੱਗੇ ਜਾ ਕੇ ਫਿਰ ਅਵਤਾਰ ਸਿੰਘ ਨੂੰ ਆਪਣੇ ਨਾਲ ਲਿਆ ਤੇ ਜਿੱਥੇ ਜਾ ਕੇ ਅਵਤਾਰ ਸਿੰਘ ਨੇ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੀ ਸ਼ਰਾਬ ਪੀ ਕੇ ਉੱਥੇ ਵੀ ਉਹਨੇ ਉਹੀ ਕੰਮ ਕੀਤਾ, ਵਿਚਾਰ ਕਰਨ ਲੱਗ ਪਿਆ। ਤੇ ਉੱਥੋਂ ਇੱਕ ਨਕਲੀ ਤੇ ਇੱਕ ਅਸਲੀ ਵਾਲਾ ਤਾਂ ਮੁੱਢ ਹੀ ਟੁੱਟ ਗਿਆ ਨਾ, ਅਸਲੀ ਵਾਲਾ ਤਾਂ ਪੈਰ ਹੀ ਖਤਮ ਹੋ ਗਿਆ। ਉੱਥੋਂ ਨਕਲੀ ਖੜੀ ਹੋ ਗਈ ਹੈ, ਨਕਲੀ ਨਿਰੰਕਾਰੀ। ਅਵਤਾਰ ਸਿੰਘ ਇੱਥੋਂ ਤੱਕ ਗਿਰਿਆ ਹੋਇਆ ਬੰਦਾ ਸੀ। ਉਹਨੇ ਸਿੱਖੀ ਨੂੰ ਉਹ ਢਾਹ ਲਾਈ ਰੱਜ ਕੇ, ਜਿਸ ਢਾਹ ਲਾਉਣ ਦੇ ਉੱਤੋਂ ਉਸ ਨੇ ਇੱਕ ਗੱਲ ਕਹੀ ਵੀ ਇੱਥੇ ਜਿੱਥੇ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤੇ ਇੱਥੇ ਕਹਿੰਦਾ ਹੁਣ ਇੱਥੇ ਮੇਰੀ ਬਾਣੀ ਆਵੇਗੀ ਜਿਹਨੂੰ ਅਵਤਾਰ ਬਾਣੀ ਦੇ ਨਾਮ ਨਾਲ ਜਾਣਿਆ ਗਿਆ। ਅੱਜ ਵੀ ਉਹਨਾਂ ਦੀ ਉਹ ਕਿਤਾਬਾਂ ਜਿਹੜੀਆਂ ਬੁੱਕ ਸ਼ਾਪਾਂ ਤੋਂ ਸ਼ਾਇਦ ਮਿਲ ਜਾਂਦੀਆਂ ਨੇ। ਡਾਕਟਰ ਸੁਖਪ੍ਰੀਤ ਸਿੰਘ ਉਦੋਕਿਆ ਨੇ ਇੱਕ ਆਪਣੀ ਕਿਤਾਬ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਹੋਇਆ, ਜਿਹਦੇ ਵਿੱਚ ਗੁਰਬਾਣੀ ਦੇ ਫਲਸਫੇ ਨੂੰ ਉਹਨੇ ਚੈਲੰਜ ਕੀਤਾ ਹੋਇਆ। ਗੁਰਬਾਣੀ ਦੇ ਫਲਸਫੇ ਨੂੰ ਉਹਨੇ ਕੱਟਿਆ ਹੋਇਆ, ਉਹਨੂੰ ਤੋੜਿਆ, ਉਹਨੂੰ ਮਰੋੜਿਆ ਹੋਇਆ, ਜਿਹਦੇ ਵਿੱਚ ਇਹ ਗੱਲਾਂ ਲਿਖੀਆਂ ਵੀ ਨਾਨਕ ਰਾਮ ਕ੍ਰਿਸ਼ਨ ਨਾਨਕ ਵਰਗੇ ਅਵਤਾਰ ਇਹ ਉਸ ਮਾਲਕ ਪਰਮਾਤਮਾ ਦਾ ਜਿਹੜਾ ਅੰਤ ਨਹੀਂ ਪਾ ਸਕੇ, ਜਿਹੜਾ ਆਪਣਾ ਨਹੀਂ ਅੰਤ ਪਾ ਸਕੇ, ਉਹ ਹੋਰ ਕੀ ਕਰ ਲੈਂਦੇ। ਠੀਕ ਹੈ, ਸਾਨੂੰ ਰਾਮ ਕ੍ਰਿਸ਼ਨ ਦੇ ਨਾਲ ਕੋਈ ਮਤਲਬ ਨਹੀਂ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ, ਪਰ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਜਿਨ੍ਹਾਂ ਨੇ ਬਾਣੀ ਦੇ ਵਿੱਚ ਇਹ ਗੱਲਾਂ ਸਾਨੂੰ ਸਿਖਾਈਆਂ ਵੀ ਜਿੱਥੇ ਜਾ ਕੇ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ, ਜਿੱਥੇ ਜਾ ਕੇ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਜਿੱਥੇ ਜਾ ਕੇ ਸਤਿਗੁਰਾਂ ਨੇ ਸਿੱਧੀ ਸਾਂਝ ਹੀ ਉਸ ਇੱਕ ਓੰਕਾਰ ਕਹਿ ਕੇ ਅਕਾਲ ਪੁਰਖ ਪਰਮਾਤਮਾ ਨੂੰ ਪਾ ਦਿੱਤੀ। ਤੇ ਉਹ ਕਹਿੰਦਾ ਵੀ ਇੱਥੇ ਹੁਣ ਜਿਹੜੀ ਮੇਰੀ ਹੈ ਇਹ ਅਵਤਾਰ ਬਾਣੀ ਚੱਲੇਗੀ। ਅਵਤਾਰ ਬਾਣੀ ਦੇ ਵਿੱਚ ਤੁਸੀਂ ਇਹ ਪੰਕਤੀਆਂ ਆਮ ਪੜ੍ਹ ਸਕਦੇ ਹੋ, ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਢਾਹ ਲਾਉਣ ਦੇ ਲਈ ਉਹਨੇ ਵਰਤੀਆਂ। ਫਿਰ ਇੱਥੇ ਹੀ ਬਸ ਨਹੀਂ, ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ 5 ਪਿਆਰੇ ਬਣਾਏ, ਕਹਿੰਦਾ ਮੈਂ 7 ਸਿਤਾਰੇ ਬਣਾਉਂਗਾ। ਤੇ ਉੱਥੇ ਜਿੱਥੇ ਆਮ ਕਰਕੇ 5 ਪਿਆਰੇ ਸਾਹਿਬਾਨ ਦੀ ਇੱਕ ਅਲੱਗ ਵਰਦੀ ਹੈ, ਅਲੱਗ ਡਰੈਸ ਹੈ, ਅਲੱਗ ਉਹਨਾਂ ਦਾ ਤੌਰ ਤਰੀਕਾ ਹੈ ਰਹਿਣ ਦਾ, ਵਿਚਰਨ ਦਾ, ਇੱਥੇ ਉਹਨੇ 7 ਨੂੰ ਉਹ ਅਲੱਗ ਦਿੱਤਾ ਸਾਰਾ ਕੁਝ। ਉਹ ਸਾਰੇ ਲੋਕਾਂ ਦੇ ਵਿੱਚੋਂ ਜਿੰਨੇ ਉਹਦੇ ਇਕੱਠ ਹੁੰਦਾ ਉਹਦੇ ਵਿੱਚੋਂ ਅਲੱਗ ਹੀ ਖੜੇ ਦਿਸਦੇ, ਅਲੱਗ ਉਹਨਾਂ ਦੀ ਬੋਲ ਬਾਣੀ ਸੀ, ਅਲੱਗ ਉਹਨਾਂ ਦਾ ਪਹਿਰਾਵਾ ਸੀ ਸਾਰਿਆਂ ਤੋਂ, ਤੇ 7 ਦਾ ਪਹਿਰਾਵਾ ਇੱਕੋ ਜਿਹਾ ਸੀ। 7 ਸਿਤਾਰੇ ਥਾਪ ਕੇ ਉਹਨੇ ਆਪਣੇ ਇਰਦ ਗਿਰਦ ਖੜੇ ਕਰਨੇ ਸ਼ੁਰੂ ਕਰ ਦਿੱਤੇ, ਜਿਹੜੇ ਉਹਨੂੰ ਚੌਰ ਵੀ ਕਰਿਆ ਕਰਦੇ ਸਨ।
ਤੇ ਅਵਤਾਰ ਸਿੰਘ ਇਹ ਸ਼ੁਰੂ ਤੋਂ ਹੀ ਇੱਕ ਸ਼ਰਾਬੀ ਕਬਾਬੀ ਰਿਹਾ। ਉਸ ਤੋਂ ਬਾਅਦ ਫਿਰ ਆਉਂਦਾ ਇਹ ਗੁਰਬਚਨ ਸਿੰਘ, ਤੇ ਗੁਰਬਚਨੇ ਨੇ ਇੱਥੋਂ ਤੱਕ ਕਰ ਦਿੱਤਾ ਵੀ ਉਹਨੇ ਉਦੋਂ ਵੀ ਹੱਦ ਬੰਨੇ ਨਿਗਾਹ ਦਿੱਤੇ। ਉਹਨੇ ਤਾਂ ਜਿਹੜੇ ਗੁਰੂ ਕੇ ਸਿਧਾਂਤ ਨੂੰ ਢਾਹ ਲਾਈ ਸੀ, ਤੇ ਇੱਥੇ ਗੁਰਬਚਨ ਸਿੰਘ ਨੇ ਬਾਣੀ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਆਪਣੇ ਘਰ ਵਾਲੀ ਨੂੰ ਇੱਕ ਤੱਕੜੀ ਦੇ ਵਿੱਚ ਪੈਸਿਆਂ ਦੇ ਨਾਲ ਤੋਲਿਆ, ਸੋਨੇ ਦੇ ਨਾਲ ਤੋਲਿਆ, ਚਾਂਦੀ ਨਾਲ ਤੋਲਿਆ। ਉਹਨੂੰ ਤੋਲ ਕੇ ਉਹਦੀ ਇੱਕ ਫੋਟੋ ਬਣਾ ਕੇ ਉਹਦੇ ਉੱਤੇ ਗੁਰਬਾਣੀ ਦੀਆਂ ਪੰਗਤੀਆਂ ਲਿਖ ਦਿੱਤੀਆਂ ਗਈਆਂ। ਆਪੇ ਤੋਲ ਤਰਾਜੂ ਆਪੇ ਤੋਲਣਹਾਰਾ ਦੀਆਂ ਜਿਹੜੀਆਂ ਪੰਗਤੀਆਂ ਨੇ ਨਾ, ਆਪੇ ਤੋਲ ਤੁਲਾਇਆ, ਉਹ ਪੰਗਤੀਆਂ ਉੱਥੇ ਲਿਖ ਦਿੱਤੀਆਂ। ਗੁਰਬਾਣੀ ਦਾ ਨਿਰਾਦਰ ਹੁਣ ਸਿੱਖਾਂ ਨੂੰ ਬਰਦਾਸ਼ਤ ਨਹੀਂ ਹੋਇਆ ਵੀ ਵੇਖ ਪਹਿਲਾਂ ਬਹੁਤ ਬਰਦਾਸ਼ਤ ਕਰ ਲਿਆ, ਠੀਕ ਹੈ ਕੋਈ ਗੱਲ ਨਹੀਂ, ਗਲਤੀ ਹੁੰਦੀ ਮਨੁੱਖ ਤੋਂ ਹੀ, ਕਿਉਂਕਿ ਸਿੱਖ ਨਿਮਰਤਾ ਦਾ ਪੁਜਾਰੀ ਏ, ਕੋਈ ਸ਼ੱਕ ਨਹੀਂ। ਪਹਿਲਾਂ ਜਿਹੜੀ ਮਿੱਠ ਬੋਲੜੀ ਬੋਲੀ ਹੈ ਉਸ ਦੇ ਨਾਲ ਜਿਹੜਾ ਜਿਸ ਤਰੀਕੇ ਨਾਲ ਸਮਝਣਾ ਚਾਹੇ ਉਸ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਜਦੋਂ ਉਹਨੂੰ ਲਿਖਤੀ ਰੂਪ ਦੇ ਵਿੱਚ ਭੇਜਿਆ ਵੀ ਤੂੰ ਬਾਣੀ ਦੇ ਨਾਲ ਖਿਲਵਾੜ ਕਰਨਾ ਬੰਦ ਕਰ ਦੇ, ਤੂੰ ਬਾਣੀ ਦਾ ਜਿਹੜਾ ਨਿਰਾਦਰ ਕਰਦਾ ਤੂੰ ਉਸ ਨੂੰ ਜਿਹੜਾ ਕਰਨਾ ਬੰਦ ਕਰ ਦੇ, ਤੇ ਸਹੀ ਲਾਈਨ ਉੱਤੇ ਆ ਜਾ। ਤੂੰ ਆਪਦਾ ਜਿਹੜਾ ਕੁਛ ਮਰਜ਼ੀ ਕਰ, ਸਾਨੂੰ ਕੋਈ ਇਤਰਾਜ਼ ਨਹੀਂ। ਤੂੰ ਆਪਣੇ ਤੌਰ ਤੇ ਜੋ ਕੁਛ ਮਰਜ਼ੀ ਕਰ, ਲੋਕਾਂ ਨੂੰ ਜੋ ਮਰਜ਼ੀ ਪੜ੍ਹਾ ਨਾ ਪੜ੍ਹਾ, ਸਾਨੂੰ ਕੋਈ ਮਤਲਬ ਨਹੀਂ। ਪਰ ਤੂੰ ਗੁਰੂ ਕੇ ਸਿਧਾਂਤਾਂ ਦੇ ਨਾਲ ਜਾਂ ਗੁਰੂ ਕੀ ਬਾਣੀ ਨਾਲ ਛੇੜਛਾੜ ਕਰੇਗਾ, ਫਿਰ ਤੂੰ ਬਖਸ਼ਿਆ ਨਹੀਂ ਜਾਵੇਗਾ। ਇਹ ਸਿੱਖਾਂ ਦੇ ਲਈ ਬਰਦਾਸ਼ਤ ਤੋਂ ਬਾਹਰ ਹੈ। ਸਿੱਖਾਂ ਦੇ ਲਈ ਸਰਬ ਉੱਚ ਹੀ ਗੁਰੂ ਗ੍ਰੰਥ ਸਾਹਿਬ ਹੈ, ਤੇ ਤੂੰ ਉਹਦੀ ਬਾਣੀ ਨਾਲ ਤੋੜ ਮਰੋੜ ਕਰ ਰਿਹਾ, ਨਹੀਂ, ਇਹ ਗੱਲ ਸ਼ੋਭਾ ਨਹੀਂ। ਉਥੋਂ ਅੱਗੇ ਚਲਦੀ ਚਲਦੀ ਗੱਲ ਆਉਂਦੀ ਹੈ 1977 ਦੇ ਵਿੱਚ। 1977 ਦੇ ਵਿੱਚ ਆ ਕੇ ਅਕਾਲੀ ਸਰਕਾਰ ਬਣਦੀ ਹੈ। ਇੱਥੇ 1977 ਦੇ ਵਿੱਚ ਆ ਕੇ ਅਕਾਲੀ ਸਰਕਾਰ ਬਣਦੀ ਹੈ, ਤੇ 1978 ਦੀ ਜਿਹੜੀ ਵਿਸਾਖੀ ਆ ਉਹਦੇ ਉੱਤੇ ਵਿਸ਼ੇਸ਼ ਕਰਕੇ ਪ੍ਰੋਗਰਾਮ ਰੱਖਿਆ। ਜਿਹੜੇ ਅੱਗੇ ਪ੍ਰੋਗਰਾਮ ਹੁੰਦੇ ਸਨ ਉਹਨਾਂ ਦੇ ਉਹ ਦਿੱਲੀ ਦੇ ਵਿੱਚ ਹੁੰਦੇ ਸਨ, ਜੀ ਸਦਕੇ ਆਪਣੇ ਉੱਥੇ ਮਨਾਉਂਦੇ ਸਨ, ਕੋਈ ਕਿਸੇ ਨੂੰ ਕੀ ਇਤਰਾਜ਼ ਹੈ। ਫਿਰ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਸਥਾਨ ਚੁਣਿਆ ਉਹ ਚੁਣਿਆ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ। ਚਲੋ ਉਹ ਵੀ ਕੋਈ ਗੱਲ ਨਹੀਂ, ਬੇਸ਼ੱਕ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਉਹ ਸਿੱਖਾਂ ਨੇ ਆਪ ਆਪਣੀ ਮਾਲੀਅਤ ਦੇ ਅਧੀਨ ਹੈ, ਆਪਣੀ ਪੈਸੇ ਲੈ ਕੇ ਖਰੀਦੀ ਗਈ ਜ਼ਮੀਨ ਹੈ। ਕਿਸੇ ਦੂਜੇ ਦੀ ਜ਼ਮੀਨ ਉੱਤੇ ਆਪਾਂ ਕੁਝ ਵੀ ਨਹੀਂ ਕਰ ਸਕਦੇ। ਚਲੋ ਫਿਰ ਵੀ ਛੱਡਿਆ ਵੀ ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ, ਸਾਨੂੰ ਤਾਂ ਮਾਲਕ ਨੇ ਉਪਦੇਸ਼ ਹੀ ਬਖਸ਼ਿਆ। ਫਿਰ ਉਹਨੇ ਅਤੇ ਜਿਹੜਾ ਦਿਹਾੜਾ ਸੀ ਉਹ ਚੁਣਿਆ ਵੀ ਵਿਸਾਖੀ। ਵਿਸਾਖੀ ਦਾ ਦਿਹਾੜਾ ਹੀ ਚੁਣਿਆ ਉਹਨੇ ਆਪਣਾ ਪ੍ਰੋਗਰਾਮ ਕਰਨ ਦੇ ਲਈ, ਤੇ ਵਿਸਾਖੀ ਦਾ ਦਿਹਾੜਾ ਚੁਣਿਆ। ਚਲੋ ਸਿੱਖਾਂ ਨੇ ਫਿਰ ਵੀ ਕਿਹਾ ਵੀ ਕੋਈ ਗੱਲ ਨਹੀਂ, ਸਭ ਨੂੰ ਹਰ ਇੱਕ ਨੂੰ ਅਧਿਕਾਰ ਹੈ ਆਪਣੇ ਧਾਰਮਿਕ ਕਰਮਾਂ ਨੂੰ ਜਿਸ ਮਰਜ਼ੀ ਦਿਨ ਚੁਣ ਸਕਦੇ ਨੇ, ਜਿਸ ਦਿਨ ਮਰਜ਼ੀ ਰੱਖ ਸਕਦੇ ਨੇ, ਜਿੱਥੇ ਮਰਜ਼ੀ ਰੱਖ ਸਕਦੇ ਨੇ। ਫਿਰ ਵੀ ਕੋਈ ਇਤਰਾਜ਼ ਨਾ ਕੀਤਾ। ਤੇ ਜਿਹੜੀ ਇੱਥੇ ਦੀ ਉਹ ਲੀਡਰਸ਼ਿਪ ਸੀਗੀ, ਇੱਥੇ ਇੱਕ ਗੱਲ ਕਹਿ ਦੇਵਾਂ ਵਿੱਚੋਂ ਰਹਿ ਗਈ, ਜਿਹੜੀ ਇੱਥੇ ਦੀ 77 ਦੇ ਵਿੱਚ ਆਈ ਸਾਡੀ ਲੀਡਰਸ਼ਿਪ ਸੀ, ਜਿਹਦੇ ਵਿੱਚ ਇਹ ਪ੍ਰਕਾਸ਼ ਸਿੰਘ ਬਾਦਲ ਵੀ ਸੀ, ਤੇ ਉਹ ਮੋਢੀ ਸੀ, ਮੁਖੀ ਸੀ, ਉਸ ਸਮੇਂ ਦਾ ਮੰਤਰੀ ਸੀ, ਅਕਾਲੀ ਸਰਕਾਰ ਬਣੀ ਹੈ। ਉਹ ਵਿਸਾਖੀ ਮਨਾਉਣ ਦੇ ਲਈ ਬੰਬੇ ਚਲੇ ਗਏ। ਬੰਬੇ ਦੀ ਧਰਤੀ ਉੱਤੇ ਉਹ ਉੱਥੇ ਵਿਸਾਖੀ ਮਨਾ ਰਹੇ ਨੇ, ਸਾਰੀ ਲੀਡਰਸ਼ਿਪ ਇਕੱਠੀ ਹੋਈ ਹੈ ਉੱਥੇ। ਤੇ ਇੱਥੋਂ ਦਾ ਜਿਹੜਾ ਸੀ ਮੇਨ, ਉਹਦਾ ਨਾਂ ਹੈ HS ਸੀਨਾ, ਉਹਨੂੰ ਚੀਫ ਸੈਕਟਰੀ ਆਫ ਪੰਜਾਬ ਲਾਇਆ ਗਿਆ। HS ਸੀਨਾ ਚੀਫ ਸੈਕਟਰੀ ਆਫ ਪੰਜਾਬ, ਉਹਨੂੰ ਪਹਿਲਾਂ ਇੱਥੇ ਤਾਇਨਾਤ ਕੀਤਾ ਗਿਆ, ਉਹ ਫਿਰ ਉੱਧਰ ਜਾਂਦੇ। ਤੇ ਦੂਜੇ ਪਾਸੇ ਨਰਿੰਜਨ ਸਿੰਘ ਗੁਰਦਾਸਪੁਰ ਦਾ ਉਹ DC ਲਾਇਆ ਗਿਆ ਪੰਜਾਬ, ਗੁਰਦਾਸਪੁਰ ਤੋਂ DC ਲਾਇਆ ਗਿਆ ਪੰਜਾਬ ਦੇ ਵਿੱਚ। ਤੇ ਇਹ ਜਿਹੜੇ ਦੋਨੇ ਬੰਦੇ ਸਨ, ਇਹ ਬੰਦੇ ਬਿਲਕੁਲ ਪੂਰੇ ਦੇ ਪੂਰੇ ਕੱਟੜ ਨਿਰੰਕਾਰੀ ਸਨ। ਉਹ ਉਹਨਾਂ ਨਾਲ ਜੁੜੇ ਹੋਏ ਸਨ ਪਹਿਲਾਂ ਤੋਂ ਹੀ।
पूरी प्लानिंग के तहत जिन्ना ये कर्म होया, पूरा प्लान किया होया कर्म होया। ये स्कीमां पहलां तो ही घड़ियां गईयां सन भी किवें किवें असीं ये जिहड़ा सारा कुछ इत्थे खड़ा करना वो किवें करना है। ते इत्थे जिहड़ा चीफ सैकटरी ऑफ पंजाब है वो भी उत्थे हाज़र है। जिहड़ा HS सीने की गल है वो भी जिहड़ा चीफ सैकटरी पंजाब वो भी उत्थे ते निरंजन सिंह भी उत्थे मौजूद है दोने। ते उत्थे गुरबचन सिंह ने जिहड़ा निरंकारी सी उहने गुरु ग्रंथ साहब जी के सिद्धांत उपर, गुरु ग्रंथ साहब जी के नाम उपर, गुरु ग्रंथ साहब जी की बाणी के उत्तर वो उत्ते कूड़ उछालिया गया कि मेरी जुबान पेश नहीं कर सकती। उन्हें वो कुफर तोलिया गुरु की बाणी उत्ते, गुरु ग्रंथ साहब जी उत्ते। ते जिथों ਸਿੰਘਾਂ ਨੂੰ गुस्सा आया तो ਸਿੰਘਾਂ ने जिथे पहला लिखती रूप विच ਇਹ ਉਹਨਾਂ ਨੂੰ भेजिया सी, चुनौती भेजी सी भी ये तुसी बंद कर देवो। उत्थे फिर बाबा जरनैल सिंह जी खालसा जिहड़े उस समय उत्थे मौजूद सन अमृतसर की धरती के उत्ते, उन्होंने कुछ सिंह जिहड़े अखंड कीर्तनी जथे विचों सन ते कुछ टकसाल वाले सिंह नाल सन जो संतां दे उत्थे, उन्होंने रल के उन्होंने समझाउण दे लई उत्थे विसाखी दे उत्ते ही पहलां तां 12 तरीक नूं 12 अप्रैल 1978 नूं एक मार्च किया गया, जिस मार्च दे विच सिੱਖੀ दे विरुद्ध नारे लाए गए, लिखती बोर्ड लाए गए, सिੱਖੀ दे विरुद्ध नारे लाए गए तो सिੱਖੀ दे विरुद्ध जिहड़े बोर्ड लिख के अखर शब्दावली लिख के लाई गई, सिखां ने वो भी बर्दाश्त कर ली भी कोई गल नहीं। जिहड़ी 13 तरीक नूं उहने ये अपने भाषण विच जिन्ना शुरू किया उहदे विच जीवन सिंह उमरा नंगल दरबार साहब दे विच नमस्कार करन आया ते उथे गुरु के सिखां ने उहनूं एक बेनती की भी इस वल तू ध्यान दे भी वो गल कुफर तोल रहा भी तुसीं रोक क्यों नहीं रहे। उहने हथ खड़े कर दिते, कहंदा मेरे हथ विच कुछ नहीं, क्योंकि सारी मिली भुगत है, सारे बिच एक कड़ी दे ये सारे मणके ने, एक लड़ी दे मणके ने सारे। वो कहना मेरे हाथ में कुछ नहीं, इथों जी सरकार वो बाहर है, उन्हें जिहड़ा चीफ सैकटरी लाया HS सीना है वो उन्होंने उत्थे खुद हाज़र है। अपने एक देखो ना अपना बचाव पक्ष भी तो रखना हुंदा है ना, समय की सरकार मौके की सरकार ने अपना एक बचाव पक्ष रखना हुंदा भी असी बाहर सी, वो इसे करके बाहर सी क्योंकि मौके ते जिहड़ियां आपां जदों अगे जाके इतिहास में इनू विचारांगे 84 के तो उत्थे सानू पता लगू भी अटैक होने के समय जो दरबार साहब के उत्ते अटैक हुंदा जून 84 के विच तां उदों भी जिहड़े तबादले सी वो एमरजेंसी दे विच जिन्हां जिन्हां ने जवाब दिते, चाहे वो DC अमृतसर होवे, उत्थे उन्हां दी थां उत्ते उन्हां नूं उत्थों कढ के सस्पेंड करके उत्थे अपने उन्होंने DC ते DSP जिन्ने भी सी सारे अमृतसर दे विच लाए गए, SSP IPS ऑफिसर जिन्ने सी वो सारे उन्होंने अपने हथ वाले सी जिन्ने वो लाए गए। तो जीवन सिंह उमरा नंगल ने बिल्कुल हाथ खड़े कर दिते, कहना मेरे हाथ विच कुछ नहीं, हाथ झाड़ के उत्थों मुड़ गया। ਸਿੰਘਾਂ ने फैसला किया ते कई सिंह जिहड़े सी वो विचार करन दे लई उस स्थान वाल नूं चाले पा दिते जिथे उन्हां दा ये सारा कुछ जिहड़ा कार्यक्रम सी वो चल रहा, जिथे वो पंडाल लाया होया, जिथे उत्थे संगत जिहड़ी उन्हां दे अधीन लोक ने वो लोकाचारी इकट्ठी हुई है, उत्थे जाण दे उत्ते जो देखिया जाके भी पुलिस फोर्स भी उत्थे खड़ी है पहले ही तैनात है, क्योंकि सारे उत्थे आप चीफ सैकटरी पंजाब ते DC गुरदासपुर उत्थे हाज़र ने। ते उत्थे उन्हां लोकां ने जिन्हां कोले टकूए, गंडासियां, किरपाना, सरिये, डंडे, खलपाड़ा पूरे दी पूरी फुल तैयारी करके उन्होंने पहला एक धिर नूं उत्थे बिठाया होया। पता है भी सिख आउणगे, कोई शक नहीं ये विच। इधरों सिख गए ने सतनाम वाहिगुरू का जाप करते, जिहदे विचों अखंड कीर्तनी जथे दे सिंह ने ते दूजे पासे जिहड़े नाल टकसाल दे सिंह ने इकट्ठे होके उत्थे गए ने। ते उन्हां सिखां दे उत्ते देखो एक गल है भी जेकर
ਉਹਨਾਂ ਨੇ ਲੜਾਈ ਹੀ ਕਰਨੀ ਹੁੰਦੀ ਤਾਂ ਫਿਰ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਅਬਦਾਲੀ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਜੇ ਲੜਾਈ ਹੀ ਕਰਨੀ ਹੁੰਦੀ ਫਿਰ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਇੱਥੇ ਨਵਾਬ ਖੁਸਰੋ ਵਰਗਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਇੱਥੇ ਉਹ ਸਿੱਖ ਨੇ ਜਿਨ੍ਹਾਂ ਨੇ ਆਏ ਹੋਏ ਹਰੇਕ ਧਾੜਵੀਆਂ ਦਾ ਇਸ ਧਰਤੀ ਦੇ ਉੱਤੋਂ ਮੂੰਹ ਮੋੜ ਕੇ ਰੱਖ ਦਿੱਤਾ ਸੀ, ਨੱਕ ਮੋੜ ਦਿੱਤਾ ਸੀ। ਜਿਹੜੇ ਇਹ ਕਹਿਣ ਨੂੰ ਮਜਬੂਰ ਹੋ ਗਏ ਆਪਣੀਆਂ ਜੀਵਨੀਆਂ ਦੇ ਵਿੱਚ ਵੀ ਇਹ ਸਿੱਖ ਰਹਿੰਦੇ ਕਿੱਥੇ ਨੇ, ਜਦੋਂ ਦੱਸਿਆ ਗਿਆ ਵੀ ਇਹ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਨੇ। ਇਹਨਾਂ ਦਾ ਘਰ ਕੀ ਹੈ? ਕਹਿੰਦੇ ਇਹਨਾਂ ਦਾ ਘਰ ਹਰੇਕ ਧਰਤੀ ਦੇ ਉੱਤੇ ਜਿੱਥੇ ਇੱਕ ਦਰਖਤ ਲੱਗਿਆ ਉਹ ਇਹਨਾਂ ਦਾ ਘਰ ਹੈ। ਜੰਗਲਾਂ ਦੇ ਵਿੱਚ ਇਹ ਰਹਿੰਦੇ ਨੇ, ਜੰਗਲਾਂ ਦੇ ਵਿੱਚੋਂ ਸ਼ੇਰਾਂ ਦੀ ਤਰ੍ਹਾਂ ਦਹਾੜ ਕੇ ਜ਼ਾਲਮ ਦੇ ਉੱਤੇ ਟੁੱਟ ਪੈਂਦੇ ਨੇ। ਤਾਂ ਉੱਥੇ ਉਹ ਗੱਲ ਕਹਿਣੀ ਵੀ ਇੱਕ ਦਿਨ ਦੇਖ ਲਿਓ, ਯਾਦ ਰੱਖਿਓ, ਜੇਕਰ ਇਹਨਾਂ ਨੂੰ ਕੋਈ ਆਪਣਾ ਨਿੱਜੀ ਸਵਾਰਥ ਨਹੀਂ, ਆਪਣੀ ਕੌਮ ਦੇ ਭਲੇ ਤੋਂ ਬਿਨਾਂ ਇਹ ਇੱਕ ਦਿਨ ਰਾਜ ਵੀ ਕਰਨਗੇ। ਤੇ ਉਹ ਸਿੱਖ ਜਿਹੜਾ ਖੰਡੇ ਦੀ ਧਾਰ ਦੇ ਵਿੱਚੋਂ ਪੈਦਾ ਹੋਇਆ ਹੋਵੇ, ਕਿਤੇ ਖੰਡਾ ਚਲਾਉਣਾ ਨਾ ਆਉਂਦਾ ਹੋਵੇ, ਇਹ ਗੱਲ ਵੀ ਕੋਈ ਨਹੀਂ। ਜਿਹੜਾ ਇੱਕ ਬਾਟੇ ਦੇ ਵਿੱਚੋਂ ਪੈਦਾ ਹੋਇਆ ਹੋਵੇ, ਏਕਤਾ ਦੇ ਵਿੱਚੋਂ ਉਹ ਦਫਾੜ ਹੋ ਜਾਵੇ, ਇਹ ਵੀ ਕੋਈ ਗੱਲ ਨਹੀਂ। ਵੀ ਕੁਝ ਵਿਚਾਰ ਨਾਲ ਸਹਿਮਤ ਹੋਣ, ਕੁਝ ਤਕਰਾਰ ਨਾਲ ਨਾ, ਬਿਲਕੁਲ ਵੀ ਨਹੀਂ। ਜੇਕਰ ਲੜਾਈ ਦਾ ਮਨਸੂਬਾ ਹੁੰਦਾ, ਲੜਾਈ ਹੀ ਕਰਨੀ ਹੁੰਦੀ, ਫਿਰ ਸਿੰਘਾਂ ਦੇ ਹੱਥਾਂ ਨੂੰ ਜਾਣਦਾ ਕੌਣ ਨਹੀਂ ਸੀ। ਜਮਰਾਓ ਦੇ ਕਿਲੇ ਤੱਕ ਦੀ ਜਿੱਤ ਹੈ ਜਿਹੜੀ, ਅਫਗਾਨਿਸਤਾਨ ਦੀ ਜਿੱਤ ਤੱਕ ਹਰੀ ਸਿੰਘ ਨਲੂਆਂ ਦੀਆਂ ਜਿਹੜੀਆਂ ਧੁੰਮਾਂ ਪਈਆਂ ਨੇ, ਉਹ ਕਿਸੇ ਤੋਂ ਅੱਖਾਂ ਓਹਲੇ ਨਹੀਂ ਸਨ। ਜੱਸਾ ਸਿੰਘ ਰਾਮਗੜੀਏ ਦਾ ਇਤਿਹਾਸ ਕਿਸੇ ਨੂੰ ਨਹੀਂ ਭੁੱਲਿਆ ਸੀ। ਇੱਥੇ ਉਹ ਸਾਰੇ ਯਾਦ ਸਨ। ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਪਾਈਆਂ ਜਿਹੜੀਆਂ ਸ਼ਹੀਦੀਆਂ ਨੇ ਉਹ ਹਜੇ ਕਿਤੇ ਨਹੀਂ ਭੁੱਲੀਆਂ। ਚਾਬੀਆਂ ਦਾ ਮੋਰਚਾ ਲੱਗਿਆ ਉਹ ਨਹੀਂ ਭੁੱਲਿਆ, ਜੈਤੋਂ ਦਾ ਮੋਰਚਾ ਲੱਗਿਆ ਉਹ ਨਹੀਂ ਭੁੱਲਿਆ, ਬੱਬਰਾਂ ਦੀ ਬਿਥਿਆ ਹਜੇ ਨਹੀਂ ਦਿਲਾਂ ਵਿੱਚੋਂ ਗਈ ਸੀ, ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦਾ ਮੂੰਹ ਮੋੜ ਕੇ ਰੱਖ ਦਿੱਤਾ ਸੀ। ਇਹ ਤਾਂ ਹੈ ਹੀ ਕੀ ਸੀ ਸਾਹਮਣੇ, ਗੁਰੂ ਕੇ ਪਿਆਰਿਆਂ ਨੇ। ਪਰ ਜਿਹੜਾ ਅੰਦਰ ਪਿਆਰ ਸੀ ਉਹ 5 ਸਿੰਘਾਂ ਦੀ ਅਗਵਾਈ ਦੇ ਵਿੱਚ, ਬਾਕੀ ਹੋਰ ਨਾਲ ਸਿੰਘ ਗਏ ਬਹੁਤਾਤ ਗਿਣਤੀ ਦੇ ਵਿੱਚ, ਵੀ ਉਹਨਾਂ ਨੂੰ ਪਿਆਰ ਦੇ ਨਾਲ ਬੇਨਤੀ ਕਰਨੀ ਹੈ ਵੀ ਤੁਸੀਂ ਆਪਣਾ ਜੋ ਮਰਜ਼ੀ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ, ਨਾ ਸਾਨੂੰ ਹੈ ਨਾ ਹੋਵੇਗਾ। ਤੁਸੀਂ ਆਪਣਾ ਕਰੋ, ਜੋ ਮਰਜ਼ੀ ਕਰੋ, ਜਿਵੇਂ ਮਰਜ਼ੀ ਕਰੋ, ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਉਂਗਲੀ ਨਾ ਉਠਾਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉੱਤੇ ਤੁਸੀਂ ਉਂਗਲ ਨਾ ਖੜੀ ਕਰੋ। ਚੇਤਾ ਰੱਖਿਓ, ਇੱਥੇ ਜਿੱਥੇ ਤੱਕ ਅਸੀਂ ਜਿੰਨੇ ਧਰਮਾਂ ਨੂੰ ਵੇਖਦੇ ਹਾਂ, ਜਿੰਨੇ ਵੀ ਧਰਮ ਨੇ, ਉਹ ਸਰਕਾਰੀ ਸ਼ਹਿ ਦੇ ਵਿੱਚ ਪਲੇ ਹੋਏ ਨੇ, ਸਮੇਂ ਦੀ ਲੀਡਰਸ਼ਿਪ ਦੇ ਥੱਲੇ ਪਲੇ ਹੋਏ ਨੇ। ਬੇਸ਼ੱਕ ਉਹ ਬੁੱਧ ਧਰਮ ਹੋਵੇ, ਸਮੇਂ ਦਾ ਅਸ਼ੋਕ ਰਾਜਾ ਏ, ਉਹ ਅਸ਼ੋਕ ਰਾਜੇ ਨੇ ਜਿਹੜਾ ਇਸ ਬੁੱਧ ਧਰਮ ਨੂੰ ਬਹੁਤ ਵੱਡੇ ਪੱਧਰ ਉੱਤੇ ਸਪੋਰਟ ਕੀਤੀ। ਈਸਾਈ ਮਤ ਹੈ, ਉਹਨਾਂ ਦੀਆਂ ਰਾਜਨੀਤਿਕ ਸ਼੍ਰੇਣੀਆਂ ਉੱਪਰ ਨੇ, ਉਹਨਾਂ ਦੇ ਛਤਰ ਛਾਇਆ ਹੇਠ ਪਲਿਆ। ਹਿੰਦੂ ਧਰਮ ਹੈ, ਉਹ ਰਾਜਨੀਤਿਕ ਰਾਜਿਆਂ ਦੀ ਜਿਹੜੀ ਛਤਰ ਛਾਇਆ ਹੇਠ ਪਲਿਆ। ਗੁਰ ਕੀ ਬਾਣੀ ਨੇ ਵੀ ਉਹਨਾਂ ਦੀ ਪ੍ਰਥਾਏ ਵੀ ਉਹ ਰਾਜਿਆਂ ਦੇ ਥੱਲੇ ਪਲਿਆ ਹੋਇਆ ਧਰਮ ਹੈ। ਗਵਾਹੀ ਦਿੱਤੀ ਹੈ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਜੁਗਾਂ ਜੁਗਾਂ ਦੇ ਰਾਜੇ ਕੀਤੇ ਹੋਏ ਸਨ, ਜਿਨ੍ਹਾਂ ਨੂੰ ਲੋਕਾਂ ਨੇ ਅਵਤਾਰ ਕਰਕੇ ਗਾਇਆ ਵੀ ਇਹ ਪਰਮਾਤਮਾ ਦਾ ਅਵਤਾਰ ਨੇ, ਸੀ ਉਹ ਜੁਗਾਂ ਦੇ ਰਾਜੇ। ਉਹਨਾਂ ਜੁਗਾਂ ਜੁਗਾਂ ਦੇ ਰਾਜਿਆਂ ਦੇ ਅਧੀਨ ਚੱਲਿਆ ਹੋਇਆ ਧਰਮ ਹੈ। ਸਿੱਖਾ ਤੂੰ ਮਾਣ ਕਰ ਕਿ ਤੇਰਾ ਜਿਹੜਾ ਧਰਮ ਹੈ ਉਹ ਕਿਸੇ ਰਾਜਨੀਤਿਕ ਧਿਰ ਦੇ ਥੱਲੇ ਨਹੀਂ ਪਲਿਆ, ਉਹ ਆਜ਼ਾਦ ਪਲਿਆ ਹੈ। ਬਿਲਕੁਲ ਉਹ ਆਜ਼ਾਦ ਪਲਿਆ ਹੈ। ਬਾਬੇ ਨਾਨਕ ਨੇ ਕਿਸੇ ਰਾਜਨੀਤਿਕ ਅਹੁਦੇਦਾਰ ਦੇ ਥੱਲੇ ਹੋ ਕੇ ਕੋਈ ਬਚਨ ਨਹੀਂ ਕਿਹਾ, ਥੱਲੇ ਰਹਿ ਕੇ ਕੋਈ ਸਮਝੌਤਾ ਨਹੀਂ ਕੀਤਾ। ਇੱਥੇ ਮੁਸਲਿਮ ਧਰਮ ਨੂੰ ਦੇਖਿਆ ਤਾਂ ਮੁਗਲ ਰਾਜੇ ਹੋਏ, ਉਹਨਾਂ ਦੇ ਸ਼ਹਿ ਦੇ ਵਿੱਚ ਪਲਿਆ ਹੋਇਆ, ਜਿੱਥੇ ਜਾ ਕੇ ਅਸੀਂ ਅਕਬਰ ਬਾਦਸ਼ਾਹ ਜਾਂ ਬਾਬਰ ਦੀਆਂ ਗੱਲਾਂ ਜੋ ਪੜ੍ਹਦੇ ਹਾਂ, ਜਹਾਂਗੀਰ, ਹਮਾਯੂੰ ਸ਼ਾਹਜਹਾਂ, ਜਿੰਨੇ ਵੀ ਰਾਜੇ ਹੋਏ ਨੇ, ਜਿੰਨੇ ਵੀ, ਚਾਹੇ ਉਹ ਫਰਖਸ਼ੀਰ ਹੋਵੇ, ਚਾਹੇ ਉਹ ਔਰੰਗਜ਼ੇਬ ਤੱਕ ਕਿਉਂ ਨਾ ਹੋਵੇ, ਉਹ ਸਾਰੇ ਦੇ ਸਾਰੇ ਜਿੰਨਾ ਇਸਲਾਮ ਮਤ ਹੈ ਉਹ ਰਾਜਿਆਂ ਨੇ ਫੈਲਾਇਆ ਹੋਇਆ। ਪਰ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਦੇ ਵਿੱਚ ਕਦੇ ਰਾਜਨੀਤਿਕ ਸ਼ਹਿ ਤੱਕ ਨਹੀਂ ਪਲਿਆ। ਬੇਸ਼ੱਕ ਅੱਜ ਸਾਡੀ ਸ਼੍ਰੋਮਣੀ ਕਮੇਟੀ ਵੀ ਜਿਹੜੀ ਰਾਜਨੀਤਿਕ ਸ਼ਹਿ ਦੇ ਉੱਤੇ ਚੱਲ ਰਹੀ ਆ, ਉਹ ਗੱਲ ਇੱਕ ਵੱਖਰੀ ਬਣ ਗਈ ਆ, ਕਿਉਂਕਿ ਇੱਥੇ ਟੁੱਕੜ ਬੋਚ ਹੱਡੀਆਂ ਖਾਣ ਵਾਲੇ ਬਹੁਤੇ ਆ ਗਏ।
झूठ नूं खाण वाले बहुते पैदा हो गए ने, पैदा कीते गए ने तां कि वो पूछां हिलाई जाण ते टुक्कड़ सुट्टी जाण। खैर, ते इधर जदों सिंह पहुंचे ने ते उत्थे ਸਿੰਘਾਂ उत्ते अन्ने वाह जिहड़ी कतलोगारत है पुलिस उत्थे खड़ी है, पर किसे विच इन्ना हिया नहीं भी जिहड़े ये ਸਿੰਘਾਂ दे नाल टकरा होया इहनूं कोई रोक सकण। ना ना, इन्ने अधिकार नहीं उन्हां कोल। ते उत्थे ਸਿੰਘਾਂ नूं बेतिहा कट्टिया ते वड्ढिया गया, जिन्हां दे विचों 13 ਸਿੰਘ शहीद हुंदे ने ते 70 ਸਿੰਘ ਜ਼ਖਮੀ हुंदे ने। ते जिहड़े ਜ਼ਖਮੀ ने जां जिहड़े शहीद हुंदे ने 13, उन्हां दी हालात ऐसी है कि सारे सामने खड़े ने, पुलिस वाले भी खड़े ने, जिहड़े उस समय दे अहुदेदार अफसर ने वो भी खड़े ने, ते जिहड़े लोकां ने कतलोगारत कीती है वो तां कोल खड़े ही खड़े ने। सिख अखां दे सामने तड़फदे रहे, पर किसे ने उन्हां नूं चक्कण दा हिया ना कीता। उन्हां दे मन विच इन्नी भी दया ना आई भी ये तड़फ रहे ने, कट लग गए, वड्ढे गए, टुके गए, सरकारी अफसर उत्थे खड़े ने, किसे विच इन्नी हिम्मत नहीं भी इन्हां नूं चक के कोई इलाज करवाया जाए, इन्हां नूं चक के जख्मां दा कोई इलाज किया जाए, क्योंकि पहला प्लान किया होया भी इत्थे जो कुछ मर्जी हो जाए, जिहड़ा सिख आऊ वो वड्ढिया जाओ, क्योंकि सारा कुछ प्लान के अधीन चल रहा। तो इत्थे ही बस नहीं, अगे जाके जिहड़ा एक नाम होर आउंदा है, जदों ये सिंह शहीद होए तां उत्थे एक JS जंजूआ नां दा जिहड़ा गा अफसर लग्या होया मेन, वो भी JS जंजूआ सिखां नूं तड़फदियां नूं छड्ड के सिखां दा डुੱਲਿਆ होया खून ओदियां अखां दे विच पानी जिहड़ा नवीं नहीं लिया सकिया, ਉਹਨੂੰ ਉੱਥੇ उस गुरबचने निरंकारी दी पै गई भी ਇਹਨੂੰ इत्थों किवें जिउंदा सही सलामत कढ़िया जावे। ਉੱਥੇ ਉਹਨੂੰ जलंधर एक रात रखिया, एक रात जलंधर रखण तो बाद HS शीना भी उत्थे आ, निरंजन सिंह भी उत्थे आ, ते जिहड़ा ये JS जंजूआ ये भी उत्थे आ। ਉਹਦੀ अगवाई दे विच सरकार दी शय दे उत्ते ਉਹਨੂੰ दिल्ली तक भेजिया गया। सतगुरु किरपा करे किते साडे अंदर भी ये गुरु की बाणी का जिहड़ा जज्बा है ना, ये अंदर पैदा होवे। उस तो बाद जिहड़ी विसाखी लंघी ते इधर पूरे पंजाब दे अंदर एक रोस दी लहर जाग पई, रोस दी लहर खड़ी हो गई भी इत्थे जिहड़ियां शांतमई शहादतां भी हो गईयां, ते उत्थे दूजा पक्ष भी हुण इस कतलोगारत दे उत्ते ते धन श्री गुरु ग्रंथ साहब के नरादरी के उत्ते भी अकाली सरकार है, ये केस जरूर करेगी क्योंकि सिखां का दबाव पैना है। इधरों सरकार के नुमाइंदे जिहड़े वो मुड़दे ने वापस, वो सरकार जिहड़ी आ अहुदेदार सारे बहाल हुंदे ने ते उन्हां नूं फिर उत्थे तबादले कीते जांदे ने। दिल्ली दे विच ही जिहड़ा चीफ सैकटरी लाया जां DCC गुरदासपुर दा सारे वो बदल दिते जांदे ने। ते इत्थे एक केस दर्ज हुंदा है। केस कित्थे दर्ज हुंदा है? हरियाणा हाई कोर्ट दे विच। घटना हुंदी है श्री अमृतसर साहिब, ते जिहड़ा केस हुंदा दर्ज वो हरियाणे दी कोर्ट दे विच जाके हुंदा है। क्यों? क्योंकि पता उथों इन्हें बच के फिर लंघ जाना, बैच उन्हां दा बैठा, उत्थे दबाव पाया ही नहीं जा सकता, वो पता है। क्योंकि उत्तों तक जिहड़ी शय वो शय दे विच पालन वाले कुर्सी दे लोक ने, जिहड़े कुर्सी तक सीमित ने, उन्हां लई ये जिन्नियां मर्जी लाशां डिग जाण कोई महीना नहीं रखदा। फिर भावें चाहे आने वाले समय दे विच इन्हां नूं ही लाशां दे उत्तों हत्थ खड़े करके बाहर निकलना पवे, तां भी ये सिखां दी परवाह नहीं कीती, सिखां दीयां लाशां दे उत्तों पैर रख रख के बाहर निकले। ये सारा इतिहास गवाह है। आने वाले समय दे विच सारा इतिहास अज तक का सारा लिखिया जाना, जिहड़ा पहलां लिखिया पिया वो भी विच कड़ियां जुड़नियां ने। किते सतगुरु पातशाह जी रहमत करे, सानू जिहड़ी विचार दे नाल सतगुरु ने जोड़िया, असीं भी वो विचार के अधीन चलीए ते उत्थे
ਜਿਹੜਾ 78 ਤੋਂ ਲੈ ਕੇ ਉਸ ਤੋਂ ਬਾਅਦ ਕੇਸ ਚੱਲੇ ਨੇ, ਉਹ ਜਿਹੜਾ ਹਥਿਆਰਬੰਦ ਹੋਣ ਤੱਕ ਜਿਹੜੇ ਉਹ ਸ਼ਾਂਤਮਈ ਧਰਨੇ ਵੀ ਲੱਗੇ ਨੇ, ਕੇਸ ਵੀ ਲੜੇ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਵੀ ਜਿਹੜੇ ਸ਼ਾਂਤਮਈ ਸੰਘਰਸ਼ ਸੀ ਉਹਨੂੰ ਹੱਥ ਨਾ ਪਾਇਆ, ਕਿਉਂਕਿ ਵਿੱਚ ਜਿਹੜੇ ਸੀ ਉਹਨਾਂ ਨੇ ਹਥਿਆਰ ਜਿਹੜੇ ਉਹ ਚੱਕਣੇ ਸ਼ੁਰੂ ਕੀਤੇ। ਹਥਿਆਰਾਂ ਦੇ ਨਾਲ ਜਿਹੜੀ ਗੱਲ ਸੀ ਉਹ ਉੱਥੇ ਤੱਕ ਪਹੁੰਚੀ। ਤੇ ਇਹਦੇ ਬਾਰੇ ਵੀ ਜਿਹੜੀ ਗੱਲ ਹੈ ਉਹ ਆਪਾਂ ਸਾਰੀ ਨਾਲ ਨਾਲ ਵਿਚਾਰਦੇ ਚੱਲਾਂਗੇ ਵੀ ਜਿਹੜੀ ਹਥਿਆਰਾਂ ਦੀ ਆਖਰ ਲੋੜ ਕਿਉਂ ਪਈ। ਕਿਉਂਕਿ ਪਹਿਲਾਂ ਜਿਹੜਾ 78 ਤੋਂ ਲੈ ਕੇ ਕਾਫੀ ਲੰਮੇ ਸਮੇਂ ਤੱਕ ਜਿਹੜਾ 81-82 ਤੱਕ ਦਾ ਸਮਾਂ ਆਉਂਦਾ, 4-5 ਸਾਲ ਦਾ ਸਮਾਂ, ਉਹ ਸਾਰੇ ਦਾ ਸਾਰਾ ਸ਼ਾਂਤਮਈ ਸੰਘਰਸ਼ ਚੱਲੇ ਆਏ। ਕਿਉਂਕਿ ਉੱਥੇ ਕੁਝ ਸਾਡੇ ਧਾਰਮਿਕ ਅਹੁਦੇਦਾਰ, ਸਾਡੇ ਵਿੱਚੋਂ ਗਦਾਰ, ਚੇਤਾ ਰੱਖਿਓ, ਕਹਿੰਦੇ ਸੱਚੇ ਪਾਤਸ਼ਾਹ ਤੇਰੇ ਸਰਦਾਰਾਂ ਨੇ ਹੀ ਖੁਦ ਵੇਚ ਦਿੱਤੀਆਂ ਸਰਦਾਰੀਆਂ ਨੇ। ਕਹਿੰਦੇ ਗਿਲਾ ਕਿਸ ਤੇ ਕਰੀਏ, ਦੁਸ਼ਮਣ ਤੇ ਕੀ ਗਿਲਾ ਕਰੀਏ, ਤੇਰੇ ਸਿੱਖਾਂ ਨੇ ਹੀ ਸੱਚੇ ਪਾਤਸ਼ਾਹ ਵੇਚ ਦਿੱਤੀਆਂ ਸਰਦਾਰੀਆਂ ਨੇ, ਤੇਰੇ ਸਿੱਖ ਹੀ ਵਿੱਚੋਂ ਗਦਾਰ ਹੋ ਗਏ। ਉੱਥੇ ਫਿਰ ਕੀਤਾ ਕੀ ਜਾ ਸਕਦਾ? ਉੱਥੇ ਇੱਕ ਚੱਲੇ ਬਿਲਕੁਲ ਵੀ ਨਹੀਂ, ਸ਼ਾਂਤਮਈ ਜਿਹੜਾ ਕਾਨੂੰਨੀ ਤਰੀਕਾ ਉਹਦੇ ਨਾਲ ਸੰਘਰਸ਼ ਕੀਤਾ ਜਾ ਸਕਦਾ। ਪਰ ਸਾਡੇ ਵਿੱਚ ਗਦਾਰ ਹੀ ਇੰਨੇ ਪੈਦਾ ਹੋ ਗਏ ਨੇ, ਸਾਡੇ ਵਿੱਚ ਗਦਾਰਾਂ ਦੀ ਲੜੀ ਏਡੀ ਲਿਸਟ ਲੰਬੀ, ਸਾਡੇ ਵਿੱਚ ਪੈਦਾ ਹੋਏ ਡੋਗਰੇ ਇੰਨੇ ਨੇ ਕਿ ਜਿਨ੍ਹਾਂ ਨੇ ਹਰ ਸਮੇਂ ਇਹ ਮਜਬੂਰ ਕੀਤਾ ਗਿਆ। ਅੱਜ ਵੀ ਉਸੇ ਤਰੀਕੇ ਨਾਲ ਇਹ ਮਜਬੂਰ ਕੀਤਾ ਜਾ ਰਿਹਾ ਵੀ ਕਦੋਂ ਇਹ ਪੰਜਾਬ ਦੀ ਧਰਤੀ ਉੱਤੇ ਜਾਗਿਆ ਹੋਇਆ ਨੌਜਵਾਨ ਹਥਿਆਰ ਨੂੰ ਹੱਥ ਪਾਵੇ ਤੇ ਸਾਨੂੰ ਫੇਰ ਮੌਕਾ ਮਿਲੇ ਵੀ ਇਹਨਾਂ ਦੇ ਛਾਤੀਆਂ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਫੇਰ ਪਾ ਦਿੱਤੇ ਜਾਣ। ਅੱਜ ਉਹਨਾਂ ਘਰਾਂ ਦੇ ਵਿੱਚ, ਜਿੱਥੇ ਘਰਾਂ ਦੇ ਵਿੱਚ ਹਾਸਾ ਉੱਡਦਾ ਹੈ, ਜਿੱਥੇ ਮਾਂ ਪੁੱਤ ਨੂੰ ਵੇਖ ਵੇਖ ਕੇ ਜਿਉਂਦੀ ਏ, ਜਿੱਥੇ ਬਾਪ ਪੁੱਤ ਨੂੰ ਵੇਖ ਵੇਖ ਕੇ ਹੌਸਲੇ ਬੁਲੰਦ ਕਰਦਾ, ਕਦੋਂ ਉਹਨਾਂ ਘਰਾਂ ਦੇ ਵਿੱਚ ਮਾਤਮ ਪਾ ਦਈਏ, ਕਦੋਂ ਬਾਪ ਨੂੰ ਬਿਮਾਰੀ ਦਾ ਲਕਵਾ ਮਾਰ ਜਾਵੇ ਤੇ ਉਹ ਪੁੱਤ ਦੇ ਸੋਗ ਵਿੱਚ ਮੰਜੇ ਦੇ ਉੱਤੇ ਮਰੀਜ਼ ਬਣ ਕੇ ਪੈ ਜਾਵੇ। ਕਿੰਨਾ ਚਿਰ ਮਾਂ ਅੱਖਾਂ ਦੇ ਨਾਲ ਦਰਵਾਜ਼ਿਆਂ ਦੇ ਉੱਤੇ ਉਡੀਕਦੀ ਰਹੇ, ਉਹਦੀ ਇੱਕ ਜ਼ਿੰਦਗੀ ਸਿਰਫ ਦਰਵਾਜ਼ੇ ਦੀ ਉਡੀਕ ਤੱਕ ਰਹਿ ਜਾਵੇ। ਕਿੰਨਾ ਚਿਰ ਭੈਣ ਆਪਣੇ ਭਰਾ ਨੂੰ ਉਡੀਕਦੀ ਰਵੇ। ਇਹ ਅੱਜ ਵੀ ਉਹੀ ਕੋਸ਼ਿਸ਼ਾਂ ਜਾਰੀ ਨੇ। ਸਤਿਗੁਰੂ ਖੈਰ ਕਰੇ, ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਹਰ ਸਮੇਂ ਬਾਣੀ ਦੇ ਨਾਲ ਜੋੜਿਆ। ਚੇਤਾ ਰੱਖਿਓ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੇਲ੍ਹਾਂ ਵਿੱਚ ਡੱਕਿਆ, ਸਮੇਂ ਦੀਆਂ ਸਰਕਾਰਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਜਾਵਰ ਕਹਿ ਕੇ, ਬਾਬਰ ਨੂੰ ਜਾਵਰ ਤੱਕ ਕਹਿ ਦਿੱਤਾ ਮੂੰਹ ਦੇ ਉੱਤੇ ਖੜ ਕੇ। ਪਰ ਪੰਜਵੇਂ ਪਾਤਸ਼ਾਹ ਤੱਕ ਜਿਹੜੀ ਇਹ ਸ਼ਾਂਤਮਈ ਲਹਿਰ ਹੈ ਇਹ ਚੱਲਦੀ ਆਈ ਹੈ। ਕਿਉਂਕਿ ਜੇਕਰ ਤੁਸੀਂ ਵਿਚਾਰ ਨੂੰ, ਗਿਆਨ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਲਸਫੇ ਨੂੰ ਅੱਗੇ ਲੈ ਕੇ ਤੁਰਨਾ ਤੇ ਉੱਥੇ ਤੁਹਾਨੂੰ ਇਹ ਤਰੀਕੇ ਅਪਣਾਉਣੇ ਪੈਣਗੇ। ਇਹ ਤੁਹਾਨੂੰ ਸਾਰੀਆਂ ਜਿੰਨੀਆਂ ਤਕਨੀਕਾਂ ਨੇ ਇਹ ਵਰਤਣੀਆਂ ਪੈਣਗੀਆਂ ਕਿ ਕਿਵੇਂ ਨਾ ਕਿਵੇਂ ਜਿਹੜਾ ਇਹ ਨਿਗਾਹ ਤੋਂ, ਸਰਕਾਰੀ ਨਿਗਾਹ ਤੋਂ ਬਚ ਕੇ ਚੱਲਿਆ ਜਾ ਸਕੇ ਤੇ ਲੋਕਾਂ ਨੂੰ ਜਾ ਕੇ ਹਰ ਪਿੰਡ ਨਗਰ ਵਿੱਚ ਜਾ ਕੇ ਸਿੱਖੀ ਦੇ ਪ੍ਰਤੀ ਸੁਚੇਤ ਕੀਤਾ ਜਾ ਸਕੇ। ਤੇ ਪੰਜਵੇਂ ਪਾਤਸ਼ਾਹ ਦੀ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਫਿਰ ਜਿਹੜੀ ਉਹ ਦੋ ਸ਼ਮਸ਼ੀਰਾਂ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਹਿਨਦੇ ਨੇ। ਉਸ ਤੋਂ ਬਾਅਦ 7ਵੇਂ 8ਵੇਂ ਤੇ 9ਵੇਂ ਪਾਤਸ਼ਾਹ ਜੀ ਤੱਕ ਫਿਰ ਉਵੇਂ ਸ਼ਾਂਤਮਈ ਤਰੀਕੇ ਦੇ ਨਾਲ ਰਹਿ ਕੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵੱਲ ਧਿਆਨ ਦਿੱਤਾ ਗਿਆ। ਮਾਫ ਕਰਿਓ, ਸਾਡੇ ਅੱਜ ਦੇ ਹਾਲਾਤ ਕੁਝ ਇੱਦਾਂ ਦੇ ਬਣ ਗਏ ਕਿ ਸਾਡੇ ਅੱਜ ਦੇ ਹਾਲਾਤ ਨੇ ਜਿਹੜੇ ਉਹ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵੱਲ ਨੂੰ ਛੱਡ ਕੇ ਅਸੀਂ ਇੱਕ ਚੀਜ਼ ਵੱਲ ਵੀ ਸਾਨੂੰ ਸਾਡਾ ਰਾਜ ਮਿਲਣਾ ਚਾਹੀਦਾ। ਇੱਕ ਗੱਲ ਕਹਿਣ ਲੱਗਿਆ, ਮਾਫੀ ਦੇ ਦਿਓ, ਪਰ ਇਹ ਗੱਲ ਸੱਚ ਏ ਵੀ ਸਾਡਾ ਹਾਲੇ ਤੱਕ ਤਾਂ ਇੱਕ ਸਾਡੇ ਪਿੰਡ ਦਾ ਜਿਹੜਾ ਸਾਡੇ ਸੰਗਤ ਦੇ ਅਧੀਨ ਆਉਂਦਾ ਗੁਰਦੁਆਰਾ, ਸਾਡੇ ਤੋਂ ਉਹ ਗੁਰਦੁਆਰਾ ਆਜ਼ਾਦ ਨਹੀਂ ਹੋਇਆ। ਅਸੀਂ ਪੂਰੇ ਪੰਜਾਬ ਨੂੰ ਆਜ਼ਾਦ ਕਰਨ ਦੇ ਸੁਪਨੇ ਲਈ ਬੈਠੇ ਹਾਂ। ਇਹ ਕਿੱਥੋਂ ਹੋਵੇਗਾ? ਸਾਡੇ ਅੱਜ ਤੱਕ ਹਾਲੇ ਤੱਕ ਅਸੀਂ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਅਸੀਂ ਆਜ਼ਾਦ ਨਹੀਂ ਹੋਏ। ਸਾਡਾ ਸਰੀਰ ਆਜ਼ਾਦ ਨਹੀਂ ਹੋਇਆ ਤੇ ਅਸੀਂ ਮੂੰਹ ਤੋਂ ਨਾਅਰੇ ਮਾਰ ਰਹੇ ਹਾਂ। ਸਾਨੂੰ ਉਹਨਾਂ ਹਥਿਆਰਾਂ ਨੇ ਨਹੀਂ ਮਾਰਿਆ, ਸਾਨੂੰ ਉਹਨਾਂ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਮਾਰਿਆ ਜਿੰਨਾ ਸਾਨੂੰ ਸਾਡੇ ਨਾਅਰਿਆਂ ਨੇ ਮਾਰ ਦਿੱਤਾ ਹੈ।
कदे यहूदी इतिहास नूं तुसीं पढ़ के वेखो, कदे पढ़न की आदत पाओ। रब खैर करे सानू ये आदत पवे, साडे बच्चों के अंदर ये सुचेता आवे। यहूदी कौम एक वो संघर्षशील कौम है जिन्हां ने अपने पुੱਤ नूं सौण दे समय जदों शाम नूं सौणा, पुੱਤ नूं समाउणा मां ने ते मां ने कंन दे विच लोरियां दे समाउणा, पुੱਤ सवेर होवेगी, सवेरे आपां अपने देश विच जागांगे, अपने राज दे विच जागांगे, जिथे सानू आज़ादी होगी, जिथे साडी आज़ादी होवेगी, आज़ादी दा निग माणांगे, आज़ादी दी गोद दे विच अखां खुलणगीਆਂ पुੱਤ। ते जदों सवेरे मां ने ठाउणा ते उदों उस मां ने आज़ादी के संघर्ष वाल नूं प्रेरदिआं होइआं, पुੱਤ पढ़ जिन्ना पढ़ सकदा, अपने आप नाल लड़ जिन्ना लड़ सकदा। ते ओह यहूदी कौम लंबे एक संघर्ष तो बाद जाके बेशक कई पीढ़ियां उन्हां दियां इसे आवाज़ नूं लैके चलदियां रहियां भी आज़ाद होवांगे आपां, ये संकल्प सी आज़ादी का। ते इहदे विच कोई शक नहीं भी उत्थे उन्हां नूं पढ़ाई, माफ़ करियो, बहुते स्कूलों में जाण दा समा बनता है, बहुते स्कूलों के विच पढ़ते बच्चों को मिलने का समा बनता है। साडे बच्चों को तो अज व्याकरण का भी नहीं पता, क्योंकि भाषा उही जिंदा रह सकती आ जिहदी व्याकरण जिंदा है, भाषा उही जिंदा रह सकती आ जिहदे जिहड़े बरीकी गुण ने। भाषा पैदा कित्थों हुई, साडा इहदे नाल मूल संबंध की है, उन्ना चिर भाषा जिंदा रह सकती आ। जिहड़े कदे इस धरती उत्ते रहन वाले बहुतात लोग बाणी पढ़िया करते सन, उन्हां लोकां नूं समय दीआं सरकारां, विरोधी एजेंसियां ने, विरोधियां ने समय समय सिर कदे पंजाब की वंड की गल आउंदी है, फिर पाणियां दे आधार ते फिर पंजाब नूं वंडिया जांदा, फिर भाषा के आधार ते खित्ते नूं वंड के एक पंजाब का छोटा जिहा टुकड़ा रह गया अज, जिहड़े पंजाब दीआं सरहदां चीन तक लगदियां सन। चेता रखियो, चीन दे विच जदों किते गल कीती जाके ते जदों गल हुई नक्शे दे उत्ते जिहड़ा पूरा वंड का नक्शा सी वो तैयार किया गया, सरहदां खिच्चियां गईयां ते उत्थे गल हुई भी जिहड़ा चीन है कहंदे ये साडा है। ये हिंदुस्तान के जिहड़े सरकारी लीडर सी ये कहन लगे ये चीन दीयां सरहदां साडीआं ने। उस समय चीन का जिहड़ा मंत्री सी उहने ये गल कही, चीन के मंत्री ने कहन लग्या, कहंदा ये राज महाराजा रणजीत सिंह का जित्तिया होया इलाका है, महाराजा रणजीत सिंह के योद्धियां सूरमियां जरनैलों ने सर किया होया है। जदों किते खालसा राज आवेगा, खालसा राज बह के साडे नाल गल करेगा, असीं उदों खालसे राज नूं ये हद्दां देवांगे। ये साडीआं हद्दां ने, साडा जमराव दे किले तक का इलाका है, अफगानिस्तान की धरती तक का जिन्ना भी सारा इलाका साडा है। इधर जिथे तक तुसी जा सकते हो हिमाचल दे विच उत्थे तक दीयां सरहदां ने जिहड़ियां बार्डरां तक लगदियां, वो पंजाब एक राज सी, पंजाब एक पूरे का पूरा देश सी, जिहड़ा अज एक छोटा जिहा टुकड़ा एक इस हिंदुस्तान की संतलत का एक छोटा जिहा भाग बन के रह गया, एक सिर्फ बिंदी के समान एक भाग बन के रह गया। साड़ियाँ हद्दां खत्म की गई, क्यों? क्योंकि इन्हों इस दे नालों तोड़िया जा सके, इन्हों इन्हां दे सभ्याचार नालों नखेड़िया जा सके। इन्ना लचरबाद इस पंजाब की धरती के उत्ते फैलाया गया, रज के नशा इत्थे रज के वाड़िया गया, इत्थे हर एक चीज़ नूं प्रमोट किया गया भी किवें ना किवें इन्हों असी जिहड़ा बाणी दे नालों तोड़ के इन्हों आवारा गर्दियां दे विच पा दईए, नशियां दे विच गलतान कर दईए। जिहड़ा सिख कदे गोलियां मारन दे नाल नहीं मरिया सी, अज वो सिख सरदारां दे नौजवान स्प्रेहां पी पी के मर रहे हैं, दवाइयां खा खा के मर रहे हैं। सानू इस वल ध्यान देने की लोड़ है बहुत ज़्यादा। डॉक्टर हरशिंदर कौर जिहड़ी पटियाला MD है हॉस्पिटल दे, उन्होंने कदे विचार सुन के वेखो, साडे बच्चे बच्चियां जिहड़ी इंटरनेट की वरतों करते हैं, उन्होंने कहो भी पुत्त इहदे उत्ते डॉक्टर हरशिंदर कौर भर के सानू उहदे लैक्चर सुनाओ, पता लगेगा भी वो
ਜਿਹੜਾ ਸਿੱਖੀ ਪ੍ਰਤੀ ਕਿੱਡਾ ਜਜ਼ਬਾ ਲੈ ਕੇ ਅੱਜ ਔਰਤ ਇੱਕ ਪੂਰੇ ਵਰਲਡ ਦੇ ਵਿੱਚ ਤੁਰੀ ਫਿਰਦੀ ਏ, ਜਿਹੜੀਆਂ ਗੁਰੂ ਕਲਗੀਧਰ ਦੀਆਂ ਸਿਫਤਾਂ ਕਰਦੀ ਏ। ਤੇ ਅੱਜ ਦੇ ਜਿਹੜੇ ਸਮੇਂ ਦੇ ਹਾਲਾਤ ਨੇ, ਜਿੱਥੇ ਮਾਂ ਗੁਜਰੀ ਦੀ ਗੱਲ ਕੀਤੀ ਤੇ ਅੱਜ ਦੀ ਮਾਂ ਦੀ ਗੱਲ ਕੀਤੀ ਏ, ਉੱਥੇ ਤੁਹਾਨੂੰ ਸੋਚਣ ਤੇ ਮਜਬੂਰ ਹੋਣਾ ਪਵੇਗਾ ਵੀ ਏਡੀਆਂ ਵੱਡੀਆਂ ਗੱਲਾਂ ਅਸੀਂ ਕਿੱਥੋਂ ਸਹਿ ਗਏ, ਅਸੀਂ ਇੰਨੇ ਨੀਚ ਪੁਣੇ ਵਿੱਚ ਕਿੱਥੋਂ ਗਰਕ ਹੋ ਗਏ। ਇਹ ਤੁਹਾਨੂੰ ਪਤਾ ਲੱਗੇਗਾ ਆਪ ਖੁਦ ਜਦੋਂ ਸੁਣੋਗੇ। ਪੂਰੇ ਵਰਲਡ ਦੀ ਉਹਨੇ ਛਾਣਬੀਣ ਕੀਤੀ ਹੈ ਵੀ ਸਾਡੇ ਪੰਜਾਬ ਦੇ ਵਿੱਚ ਆ ਰਹੀ ਜਿਹੜੀ ਗਿਰਾਵਟ ਹੈ ਉਹ ਕਿਵੇਂ ਪੈਦਾ ਹੋਈ ਹੈ ਤੇ ਕਿੱਥੋਂ ਪੈਦਾ ਹੋਈ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਮਰਨ ਮਿਟਣ ਤੱਕ ਤਿਆਰ ਸਨ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਤੋੜਨ ਵਾਲੇ, ਸਿਰ ਲਾਉਣ ਵਾਲੇ ਤੇ ਸਿਰ ਲਹਾਉਣ ਵਾਲੇ ਸਨ, ਅੱਜ ਉਹ ਇੰਨੇ ਅਵੇਸਲੇ ਕਿਵੇਂ ਹੋ ਗਏ ਵੀ ਉਹ ਆਪ ਖੁਦ ਹੀ ਬੇਅਦਬੀਆਂ ਦੇ ਉੱਤੇ ਉਤਰ ਆਏ। ਉਹ ਆਪ ਖੁਦ ਜਿਹੜੇ ਜਰਵਾਣਿਆਂ ਦੇ ਹੱਥਾਂ ਦੇ ਵਿੱਚੋਂ ਦੂਜਿਆਂ ਦੀਆਂ ਬੇਟੀਆਂ, ਬਹੂ ਬੇਟੀਆਂ ਨੂੰ ਬਚਾ ਕੇ ਲਿਆਉਂਦੇ ਸਨ, ਉਹ ਅੱਜ ਆਪ ਹੀ ਆਪਣੀਆਂ ਬਹੂ ਬੇਟੀਆਂ ਦੇ ਲੁਟੇਰੇ ਕਿੱਥੋਂ ਹੋ ਗਏ। ਜਿਹੜੇ ਦੂਜਿਆਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੇ ਸਨ, ਮੋੜੀ ਬਾਬਾ ਕੱਛ ਵਾਲਿਆ, ਵੇ ਮੋੜੀ ਬਾਬਾ ਡਾਂਗ ਵਾਲਿਆ, ਜਿਹੜੇ ਕਦੇ ਇਹ ਉਦਾਹਰਣ ਨੂੰ ਪਰਖੇ ਗਏ ਸਨ ਵੀ ਗਈ ਰਨ ਵਸਰੇ ਨੂੰ ਗਈ ਲੈ ਗਏ ਚੁੱਕ ਕੇ, ਵੇ ਲੈ ਗਏ ਚੁੱਕ ਕੇ ਬਾਬਾ ਕੱਛ ਵਾਲਿਆ, ਉਹ ਬਾਬਾ ਡਾਂਗ ਵਾਲਿਆ, ਵੇ ਮੋੜੀ ਜਾ ਕੇ ਸਿੱਖਾ ਸਰਦਾਰਾ, ਤੂੰ ਮੋੜ ਕੇ ਲਿਆ ਸਕਦਾ, ਪਤਾ ਵੀ ਤੇਰੇ ਉੱਤੇ ਭਰੋਸਾ ਕੀਤਾ ਜਾ ਸਕਦਾ, ਹੋਰ ਕਿਸੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹ ਕਿੱਥੇ ਲੁਕੋ ਦਿੱਤੇ ਗਏ? ਉਹ ਯੋਧੇ ਸੂਰਮੇ ਸਰਦਾਰ ਸਾਡੇ ਕਿੱਥੇ ਗਏ? ਅੱਜ ਮਾਂ ਦੀ ਕੁੱਖ ਬੱਚੇ ਤਾਂ ਪੈਦਾ ਕਰ ਰਹੀ ਏ, ਪਰ ਮਾਫ ਕਰਿਓ, ਉਹ ਹਰੀ ਸਿੰਘ ਨਲੂਏ ਵਰਗੇ ਪੁੱਤ ਪੈਦਾ ਨਹੀਂ ਹੋ ਰਹੇ। ਅੱਜ ਇੱਥੇ ਸਾਡੇ ਬੱਚੇ ਇੱਥੇ ਬਿੱਲੀਆਂ ਤੋਂ ਡਰਨ ਵਾਲੇ ਪੈਦਾ ਕੀਤੇ ਜਾਂਦੇ, ਡਰੂ ਬੱਚੇ ਪੈਦਾ ਕੀਤੇ। ਜਿਹੜੇ ਡਰੂ ਨੇ, ਇੱਕ ਸੋਚ ਕੇ ਵੇਖੋ, ਇੱਕ ਸ਼ੇਰ ਦਾ ਬੱਚਾ ਹੋਵੇ ਤੇ ਸ਼ੇਰ ਦਾ ਬੱਚਾ ਇੱਕ ਪਾਲਤੂ ਬਣ ਜਾਵੇ, ਪਾਲਿਆ ਜਾਵੇ, ਪਾਲੇ ਹੋਏ ਨੂੰ ਬਣਿਆ ਹੋਇਆ ਮਾਸ ਕੱਟ ਕਟਾ ਕੇ ਉਹਦੇ ਮੂਹਰੇ ਸੁੱਟਿਆ ਜਾਵੇ, ਤੇ ਉਹ ਜਦੋਂ ਇੱਕ ਦਿਨ ਸ਼ਿਕਾਰ ਕਰਨ ਲਈ ਬਾਹਰ ਨਿਕਲੇਗਾ ਤੇ ਉਹ ਸ਼ਿਕਾਰ ਨਹੀਂ ਕਰ ਪਾਵੇਗਾ। ਬੇਸ਼ੱਕ ਉਹ ਸ਼ੇਰ ਦਾ ਬੱਚਾ ਗਿੱਦੜਾਂ ਦਾ ਸ਼ਿਕਾਰ ਜ਼ਰੂਰ ਬਣ ਜਾਵੇਗਾ। ਅੱਜ ਸਾਡੀ ਕੌਮ ਦੇ ਨਾਲ ਵੀ ਇਹੀ ਹੋਇਆ। ਸ਼ੇਰਾਂ ਦੀ ਕਹੀ ਜਾਂਦੀ ਕੌਮ ਅੱਜ ਗਿੱਦੜਾਂ ਦੇ ਹੱਥੋਂ ਪਾੜੀ ਜਾ ਰਹੀ ਹੈ। ਅੱਜ ਸਾਡੇ ਵਿੱਚ ਗਿੱਦੜ ਇੰਨੇ ਆ ਚੁੱਕੇ ਨੇ, ਧੜਾ ਧੜ ਗਿੱਦੜ, ਜਿਹੜੇ ਆਪਸੀ ਲੜਾਈਆਂ ਦੇ ਵਿੱਚੋਂ ਵੇਲ ਨਹੀਂ ਖਾ ਰਹੇ, ਆਪਸ ਦੇ ਵਿੱਚ ਲੜਨ ਨੂੰ, ਮਰਨ ਨੂੰ ਤਿਆਰ ਨੇ। ਸਤਿਗੁਰੂ ਬਖਸ਼ਿਸ਼ ਕਰੇ ਸਾਨੂੰ ਇਹ ਗੱਲਾਂ ਦੀ ਸਮਝ ਆ ਜਾਵੇ। ਆਪਾਂ ਜਿਹੜਾ ਇਹ ਇਤਿਹਾਸ ਦੇ ਪੰਨੇ ਸੀ ਕੁਝ ਵਿਚਾਰਨ ਦਾ ਯਤਨ ਕੀਤਾ ਤਾਂ ਕਿ ਸਾਨੂੰ ਇਹਦਾ ਮੁੱਢ ਪਤਾ ਲੱਗ ਸਕੇ ਵੀ ਜਿਹੜੀ ਇਹ ਜਿੰਨੀ ਘਟਨਾ ਹੈ ਇਹ ਵਿਚਾਰ ਹਥਿਆਰ ਤੱਕ ਕਿਵੇਂ ਪਹੁੰਚੀ, ਉਸ ਨੂੰ ਅਸੀਂ ਤਰੀਕੇ ਨਾਲ ਸਮਝ ਸਕੀਏ ਵੀ ਜਿਹੜੇ ਕਹਿੰਦੇ ਨੇ ਹਥਿਆਰਾਂ ਦੀ ਕੀ ਲੋੜ ਪੈ ਗਈ, ਹਥਿਆਰਾਂ ਦੀ ਲੋੜ ਕਿਉਂ ਪਈ, ਉਹ ਸਾਰੀ ਗੱਲਬਾਤ ਆਪਾਂ ਨਾਲ ਵਿਚਾਰਦੇ ਚੱਲਾਂਗੇ। ਆਪ ਸਭਨਾਂ ਦੀ ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ, ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਹੋਵਣ, ਚੱਲਿਆ ਹੋਇਆ ਕਦਮ ਕਦਮ ਮਾਲਕ ਦੀ ਲੇਖੇ ਵਿੱਚ ਲਾਉਣ, ਸਾਨੂੰ ਗੁਰਮਤਿ ਦੀ ਗੁਰਬਾਣੀ ਦੀ ਸੋਝੀ ਆ ਸਕੇ। ਇੰਨੀਆਂ ਕੋ ਬੇਨਤੀਆਂ ਸਤਿਗੁਰੂ ਦੇ ਦਰ ਉੱਤੇ ਆਪ ਸੰਗਤਾਂ ਨੇ ਪ੍ਰਵਾਨ ਕਰਨੀਆਂ। ਮੇਰੀਆਂ ਭੁੱਲਾਂ ਨਾ ਚਿਤਾਰਦੇ ਹੋਏ ਆਓ ਫਤਿਹ ਨਾਲ ਸਾਂਝ। ਸਤਿਗੁਰਾਂ ਦੇ ਚਰਨ ਕਮਲਾਂ ਵਿੱਚ